ਸਤਿ ਸ੍ਰੀ ਅਕਾਲ ਜੀ। ਇਸ ਵੇਲੇ ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੀਵੀ। ਮੈਂ ਹਾਂ ਤੁਹਾਡਾ ਆਪਣਾ ਚਰਨਜੀਤ ਜੋਗੀ ਤੇ ਘੁੰਮਦੇ ਘਮਾਉਂਦੇ, ਕਿਉਂਕਿ ਅਸੀਂ ਪੰਜਾਬ ਦੇ ਹਲਕੇ ਬਹੁਤ ਸਾਰੇ ਘੁੰਮ ਰਹੇ ਹਾਂ ਤੇ ਅੱਜ ਅਸੀਂ ਪਹੁੰਚੇ ਹਾਂ ਜੀ ਹਲਕਾ ਦਸੂਹਾ। ਤੇ ਖੋਲ ਦਿਓ ਫਿਰ ਆਪਣੇ ਦਿਲ ਦਾ ਬੂਹਾ, ਲੋਕੋ ਥੋੜਾ ਜਿਹਾ ਸਾਹ ਰੋਕੋ, ਕਿਉਂਕਿ ਘਰ ਘਰ ਚੱਲੀ ਗੱਲ ਚਰਨਜੀਤ ਜੋਗੀ ਲੈ ਕੇ ਆ ਗਿਆ ਮੇਰਾ ਹਲਕਾ ਮੇਰੀ ਗੱਲ। ਅੱਜ ਦਸੂਹਾ ਹਲਕੇ ਦੇ ਲੋਕਾਂ ਦੇ ਦਿਲ ਦੀ ਗੱਲ ਜਾਣਾਂਗੇ। ਉਹਨਾਂ ਦੇ ਲੋਕਾਂ ਦੇ ਦਿਲਾਂ ਦੇ ਵਿੱਚ ਕੌਣ ਵਸ ਰਿਹਾ, ਕਿਹਨੂੰ ਇਸ ਵਾਰ ਉਹ 2022 ਦੇ ਵਿੱਚ ਆਪਣਾ MLA ਬਣਾ ਰਹੇ ਨੇ, ਕਿਹਦੀ ਸਰਕਾਰ ਬਣਾ ਰਹੇ ਨੇ, ਬਹੁਤ ਸਾਰੀਆਂ ਹੋਣਗੀਆਂ ਗੱਲਾਂ। ਆਓ ਇੱਕ ਗੇੜਾ ਮਾਰਦੇ ਹਾਂ ਜੀ ਹਲਕਾ ਦਸੂਹਾ ਦਾ ਤੇ ਕਰਦੇ ਹਾਂ ਮੇਰਾ ਹਲਕਾ ਮੇਰੀ ਗੱਲ। ਅੱਛਾ, ਫਿਰ ਐਤਕੀ ਵੋਟਾਂ ਦੇ ਵਿੱਚ ਕਿਹਨੂੰ ਪੱਠੇ ਪਾਉਣੇ ਆ? ਵੋਟਾਂ ਤਾਂ ਜਿਹਨੂੰ ਜੀ ਕਰੂਗਾ ਪਾ ਦੇਵਾਂਗੇ। ਅਜੇ ਤੱਕ ਕੁਛ ਸੋਚਿਆ ਨਹੀਂ। ਕੁਝ ਸੋਚਿਆ ਨਹੀਂ ਹਲੇ? ਹੁਣ ਤਾਂ ਵੋਟਾਂ ਆ ਗਈਆਂ 20 ਤਰੀਕ ਨੂੰ। ਫਿਰ ਵੀ ਉਧਰ ਨੂੰ ਸੋਚੇ ਹੋ ਜੇ ਮਿੰਟ ਵਿੱਚ ਹੀ ਬਦਲ ਜਾਂਦੀ ਹੈ। ਤੇ ਕੀ ਲੱਗਦਾ ਉਦਾਂ ਵੈਸੇ ਆਲ ਓਵਰ ਜੇਕਰ ਆਪਾਂ ਪੰਜਾਬ ਦੀ ਗੱਲ ਕਰਦੇ ਆ, ਕੀ ਦਿਖਾਈ ਦਿੰਦਾ? ਦਿਖਾਈ ਕੁਛ ਨਹੀਂ ਦਿੰਦਾ, ਸਰਕਾਰ ਕਿਸੇ ਦੀ ਵੀ ਨਹੀਂ ਬਣਦੀ ਜੀ। ਅੱਛਾ, ਤੇ ਕਿ ਕੋਈ ਤਾਂ ਬਣਾਊਗਾ ਹੀ। ਬਣਦੀ ਨਹੀਂ ਹੈ ਜੀ, ਚੱਜਦਾ ਤੇ ਕੋਈ ਵੀ ਹੈ ਨਹੀਂ ਇੱਥੇ। ਚੰਨੀ ਦੇ ਕਹਿੰਦੇ ਮੰਜੇ ਪਾਉਂਦਾ ਰਿਹਾ, ਕਦੀ ਨਾਗਵਾਲ ਪਾਉਂਦਾ ਰਿਹਾ, ਕਦੀ ਧਾਰਾਂ ਚ ਆਉਂਦਾ ਰਿਹਾ, ਹਾਂਜੀ, ਕਦੀ ਖੰਭੇ ਨਾਲ ਚੜਦਾ ਰਿਹਾ। ਤੇ ਸਰਕਾਰ ਕਿੱਥੋਂ ਬਣਨੀ ਜੇ? ਇੱਦਾਂ ਸਰਕਾਰ ਥੋੜਾ ਬਣਦੀ ਆ। ਜਿਹੜੇ ਮੁੰਡੇ ਬੇਰੁਜ਼ਗਾਰ ਤੁਰੇ ਫਿਰਦੇ ਨਾ, ਨੌਕਰੀ ਸਰਕਾਰ ਦੇਵੇ, ਫੇਰ ਸਰਕਾਰ ਬਣਦੀ, ਫੇਰ ਮੁੰਡੇ ਦੇ ਪਾਸੇ ਹੋਣਗੇ। ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਜਿਹੜਾ ਰੁਪਈਆ ਫੜਿਆ ਗਿਆ ਕਿੱਥੇ ਜਾਣਾ ਚਾਹੀਦਾ? ਉਹ ਲੋਕਾਂ ਵਿੱਚ ਵੰਡਣਾ ਚਾਹੀਦਾ ਜੀ ਸਾਰਾ। ਚੰਨੀ ਜਿਹੜਾ ਬਾਦਲ ਹੋਣੀ ਸਭ ਨਸ਼ਾ ਵਿਕਾ ਰਹੇ ਆ, ਸਾਰੇ ਬੇਰੁਜ਼ਗਾਰ ਮੁੰਡੇ ਨਸ਼ਾ ਦੇ ਟੀਕੇ ਲਾ ਰਹੇ ਚਿੱਟੇ ਦੇ। 750 ਕਿਸਾਨ ਮਰ ਗਿਆ, ਕਿਸੇ ਨੇ ਸਰਕਾਰ ਨੇ ਪੁੱਛਿਆ ਤੱਕ ਨਹੀਂ ਹੈਗਾ। ਹੁਣ ਵੋਟਾਂ ਜਾਂ ਤਾਂ ਸਾਰੇ ਪੈਰਾਂ 'ਚ ਡਿੱਗਦੇ ਫਿਰਦੇ ਆ। ਕੀ ਗੱਲਾਂ ਚੱਲ ਰਹੀਆਂ ਸੀ ਤੁਹਾਡੀਆਂ? ਸਰ ਅਸੀਂ ਤਾਂ ਆਪਣੀਆਂ ਪਰਸਨਲ ਗੱਲਾਂ ਕਰਦੇ, ਵੋਟਾਂ ਵੱਲ ਇੰਨਾ ਧਿਆਨ ਨਹੀਂ ਦੇਈਦਾ ਆਪਾਂ। ਪਾਰਟੀ ਨੂੰ ਵੋਟ ਨਹੀਂ, ਕੈਂਡੀਡੇਟ ਨੂੰ ਵੋਟ। ਮੇਰਾ ਹਲਕਾ ਮੇਰੀ ਗੱਲ ਦੇ ਵਿੱਚ ਇਸ ਵੇਲੇ ਅਸੀਂ ਪਹੁੰਚੇ ਹਾਂ ਜੀ ਦਸੂਹਾ। ਦਸੂਹੇ ਦੇ ਵਿੱਚ ਸਾਰੇ ਉਮੀਦਵਾਰ ਜਿਹੜੇ ਆ ਉਹ ਲੱਗੇ ਹੋਏ ਨੇ ਔਰ ਦੌੜ ਪੂਰੀ ਬਣੀ ਹੋਈ ਹੈ ਕਿ 2022 ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਬਾਜ਼ੀ ਸਾਡੇ ਹੱਥ ਆ ਜਾਵੇ। ਜੇਕਰ ਅਸੀਂ ਗੱਲ ਕਰੀਏ ਕਾਂਗਰਸ ਪਾਰਟੀ ਦੀ, ਕਾਂਗਰਸ ਪਾਰਟੀ ਵੱਲੋਂ ਅਰੁਣ ਡੋਗਰਾ ਆ, ਔਰ ਜੇਕਰ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਵੱਲੋਂ ਸੁਸ਼ੀਲ ਕੁਮਾਰ ਪਿੰਕੀ ਹੈ, ਔਰ ਜੇਕਰ ਗੱਲ ਕਰੀਏ ਭਾਰਤੀ ਜਨਤਾ ਪਾਰਟੀ ਦੀ ਤਾਂ ਉਹਨਾਂ ਦੇ ਵੱਲੋਂ ਰਘੂਨਾਥ ਰਾਣਾ ਆ, ਤੇ ਜੇਕਰ ਗੱਲ ਕਰੀਏ ਅਸੀਂ ਆਮ ਆਦਮੀ ਪਾਰਟੀ ਦੀ ਤਾਂ ਉਹਨਾਂ ਦੇ ਵੱਲੋਂ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਇੱਥੇ ਆਪਣੀ ਕਿਸਮਤ ਅਜ਼ਮਾ ਰਹੇ ਨੇ। ਤੇ ਸਾਡੇ ਨਾਲ ਬਾਪੂ ਸਾਡੇ ਨਾਲ ਨੇ, ਇਹਨਾਂ ਤੋਂ ਪੁੱਛਦੇ ਹਾਂ ਵੀ ਇਹਨਾਂ ਦੇ ਕੀ ਖਿਆਲ ਆ, ਵੀ ਕੀ ਕਹਿੰਦੇ ਹਲਕਾ ਦਸੂਹਾ ਦਾ ਦਿਲ। ਬਾਪੂ ਸਤਿ ਸ੍ਰੀ ਅਕਾਲ ਪਹਿਲਾਂ ਤਾਂ। ਸਤਿ ਸ੍ਰੀ ਅਕਾਲ ਜੀ। ਹੋਰ ਸੁਣਾਓ ਕੀ ਹਾਲ ਆ? ਵਧੀਆ ਵਧੀਆ। ਤੇ ਕਿੱਦਾਂ ਕੀ ਲੱਗਦਾ ਐਤਕੀ ਦਸੂਹੇ ਦੇ ਵਿੱਚ ਕੀ ਬਣੂਗਾ? ਦੇਖੋ ਜੀ, ਸਾਨੂੰ ਤਾਂ ਇਸ ਤਰ੍ਹਾਂ ਲੱਗਦਾ ਹੈ ਵੀ ਕਰਮਵੀਰ ਘੁੰਮਣ ਨੇ ਮਾਰ ਜਾਣਾ ਹੱਥ। ਅੱਛਾ, ਆਮ ਆਦਮੀ ਪਾਰਟੀ ਤੋਂ ਕਰਮਵੀਰ ਘੁੰਮਣ ਆ ਔਰ ਲੱਗਦਾ ਹੈ ਬਾਪੂ ਕਹਿੰਦਾ ਕਿ ਉਹ ਹੱਥ ਮਾਰ ਜਾਣਗੇ। ਇਹ ਮੁੰਡਾ ਚੰਗਾ ਹੈ ਤੇ ਲੋਕਾਂ ਦੇ ਦਿਲਾਂ ਨੂੰ ਲੱਗਾ ਹੈ, ਮੁੰਡਾ ਸੋਹਣਾ ਮੁੰਡਾ ਹੈ। ਤੇ ਚਲੋ ਮਤਲਬ ਇਹ ਹੈ ਵੀ ਨਵੀਂ ਪਾਰਟੀ ਵੀ ਨਵੀਂ ਹੈ ਤੇ ਬਾਕੀ ਕਰਮਾਂ ਦੀ ਗੱਲ ਹੈਗੀ ਹੈ। ਵੋਟਾਂ ਜਿਹੜੀਆਂ ਨਾ ਬਰਾਬਰ ਹੀ ਪਾਣੀਆਂ ਤਕਰੀਬਨ ਸਾਰਿਆਂ ਨੂੰ। ਤੇ ਜੇ ਬਰਾਬਰ ਪੈ ਗਈਆਂ ਫਿਰ ਤਾਂ ਬਰਾਬਰ ਕੰਮ ਰਹਿ ਗਿਆ। ਹੱਥ ਕਿਹਦਾ ਭਾਰਾ? ਉਹਦਾ ਭਾਰਾ ਹੈ। ਲਓ ਜੀ, ਇਹ ਬਾਪੂ ਜੀ ਦਾ ਕਹਿਣਾ ਹੈ ਕਿ ਇਸ ਵੇਲੇ ਆਮ ਆਦਮੀ ਪਾਰਟੀ ਦਾ ਹੱਥ ਹਲਕਾ ਦਸੂਹਾ ਦੇ ਵਿੱਚ ਉੱਪਰ ਆ ਤੇ ਆਮ ਆਦਮੀ ਪਾਰਟੀ ਵੱਲੋਂ ਕਰਮਵੀਰ ਸਿੰਘ ਘੁੰਮਣ ਆਪਣੀ ਕਿਸਮਤ ਅਜ਼ਮਾ ਰਹੇ ਨੇ। ਬਾਪੂ ਬਹੁਤ ਬਹੁਤ ਸ਼ੁਕਰੀਆ, ਤੁਹਾਡੇ ਨਾਲ ਗੱਲਬਾਤ ਕਰਕੇ ਚੰਗਾ ਲੱਗਾ। ਕੋਈ ਨਹੀਂ। ਪਤਾ ਕਿਤੇ ਪੱਠੇ ਲੈ ਕੇ ਆਈਆਂ? ਹੋਰ ਪੱਠੇ ਲਿਆਂਦੇ। ਕਿੱਥੋਂ ਲੈ ਕੇ ਆਈਆਂ? ਹੈਂ? ਐਦਾਂ ਹੀ ਹਰਾ ਵੱਢ ਕੇ ਲਿਆਂਦਾ। ਅੱਛਾ, ਇਦਾਂ ਹੀ। ਅੱਛਾ, ਫਿਰ ਐਤਕੀ ਵੋਟਾਂ ਦੇ ਵਿੱਚ ਕਿਹਨੂੰ ਪੱਠੇ ਪਾਉਣੇ ਆ? ਵੋਟਾਂ ਤਾਂ ਜਿਹਨੂੰ ਜੀ ਕਰੂਗਾ ਪਾ ਦੇਵਾਂਗੇ। ਕਿਹਨੂੰ ਜੀ ਕਰਦਾ? ਕੋਈ ਨਹੀਂ, ਜਿਹਨੂੰ ਜੀ ਕਰੂਗਾ ਪਾ ਦੇਵਾਂਗੇ। ਨਹੀਂ, ਫਿਰ ਵੀ ਕੋਈ ਦਿਲ ਦੇ ਵਿੱਚ ਕੋਈ ਆਇਆ ਪਸੰਦ ਬੰਦਾ ਹਲੇ? ਪਸੰਦ ਤਾਂ ਸਾਰੇ ਹੀ ਆ, ਹਾਂ, ਘੱਟ ਬਿਨਾ ਪਸੰਦ ਤਾਂ ਥੋੜੀ। ਨਹੀਂ ਉਹਦਾ ਵੈਸੇ ਮਨ ਕੀ ਬਣਾਇਆ? ਅਜੇ ਮਨ ਕੋਈ ਨਹੀਂ ਬਣਿਆ। ਹਾਂ ਜੀ। ਅੱਛਾ, ਤੁਸੀਂ ਆਓ ਇੱਧਰ। ਮੈਂ ਕਿਹੜਾ ਇੱਥੇ ਦੀ ਆ ਕੋਈ। ਅੱਛਾ, ਮੈਂ ਤਾਂ ਆਪਣੇ ਮਾਪਿਆਂ ਦੇ ਆਈ ਹਾਂ ਨਾ। ਉਹ ਚਲੋ ਮਾਪੇ ਦੇ ਆਏ ਆ, ਫਿਰ ਵੀ ਤਾਂ ਇੱਥੇ ਦੇ ਹੀ ਆ। ਮੈਂ ਤਾਂ ਨਗਰ 'ਚ ਹੀ ਆ। ਹੁਣ ਦੱਸ ਤੁਹਾਡਾ ਕੀ ਮਨ ਬਣਦਾ? ਸਾਡਾ ਮਨ ਤਾਂ ਜੇ ਕੋਈ ਨਹੀਂ ਬਣਦਾ ਜੀ। ਹਲੇ ਕੋਈ ਨਹੀਂ ਮੰਨਦਾ? ਨਹੀਂ ਜੀ, ਕਿਉਂ? ਅਜੇ ਤੱਕ ਕੁਛ ਸੋਚਿਆ ਨਹੀਂ। ਕੋਈ ਸੋਚਿਆ ਨਹੀਂ ਹਲੇ? ਹੁਣ ਤਾਂ ਵੋਟਾਂ ਆ ਗਈਆਂ 20 ਤਰੀਕ ਨੂੰ। ਫਿਰ ਵੀ ਉਧਰ ਨੂੰ ਸੋਚੇ ਹੋ ਜੇ ਮਿੰਟ ਵਿੱਚ ਹੀ ਬਦਲ ਜਾਂਦੀ ਹੈ। ਅੱਛਾ, ਤੁਸੀਂ ਦੱਸੋ ਜੀ, ਤੁਹਾਡਾ ਕੀ ਮਨ ਕਹਿੰਦਾ ਹੈ ਕੀ? ਸਾਡਾ ਮਨ ਇਹੀ ਕਹਿੰਦਾ ਜੋ ਗਰੀਬਾਂ ਦਾ ਸਾਥ ਦੇਗਾ ਅਸੀਂ ਉਹਦੇ ਸਾਥ ਨਾਲ ਆ। ਅੱਛਾ, ਹਾਂਜੀ। ਤੇ ਗਰੀਬਾਂ ਦਾ ਸਾਥ ਕਿੱਦਾਂ ਦਾ ਦੇਣਾ ਚਾਹੀਦਾ ਹੈ? ਗਰੀਬਾਂ ਨੂੰ ਹਰ ਸਹੂਲਤ ਹੋਣੀ ਚਾਹੀਦੀ ਆ। ਪਾਣੀਆਂ ਦੇ ਨਿਕਾਸ ਹੋਣੇ ਚਾਹੀਦੇ ਆ
ਤੇ ਘਰ 'ਚ ਰਾਸ਼ਨ ਪਾਣੀ ਪੂਰਾ ਦੇਣਾ ਚਾਹੀਦਾ ਆ। ਅੱਗੇ ਸਭ ਕੁਝ ਦਿੰਦੇ ਸੀ, ਹੁਣ ਦਾਣੇ ਵੀ ਬੰਦ ਕਰ ਦਿੱਤੇ ਗਰੀਬਾਂ ਦੇ। ਜਿਹੜੇ ਹੁਣ ਉਹਨਾਂ ਦੀ ਆਸ ਤੇ ਰਹਿੰਦੇ ਸੀ, ਹੁਣ ਉਹ ਤਾਂ ਭੁੱਖੇ ਮਰਨ ਲੱਗ ਪਏ ਆ। ਠੀਕ ਆ ਨਾ। ਤੇ ਇਸ ਵੇਲੇ ਹੁਣ ਤੁਹਾਨੂੰ ਕੀ ਲੱਗਦਾ ਵੀ ਸਰਕਾਰ ਤੁਸੀਂ ਹੁਣ ਫਿਰ ਕਿਹਦੀ ਬਣਾਉਣੀ ਆ? ਜਿਹੜਾ ਸਾਥ ਦੇਗਾ ਗਰੀਬਾਂ ਦਾ ਉਹਨਾਂ ਦੀ ਵੀ ਸਰਕਾਰ ਬਣੂਗੀ। ਤੇ ਇਸ ਵੇਲੇ ਹਲੇ ਕੋਈ ਨਹੀਂ ਲੱਗਦਾ ਵੀ ਬਾਹ ਫੜਦਾ? ਕੋਈ ਨਹੀਂ ਬਾਹ ਫੜਨ ਲੱਗਦਾ, ਸਾਰੇ ਆਪਣੀ ਨੂੰ ਪਏ ਆ। ਅੱਛਾ। ਹਾਂਜੀ। ਤੇ ਤੁਹਾਨੂੰ ਨਹੀਂ ਲੱਗਦਾ ਕਿ ਲੜਾਈ ਹਲੇ ਕੁਰਸੀ ਦੀ ਆ ਜੀ। ਅੱਛਾ। ਹਾਂਜੀ। ਹਲੇ ਓਏ ਪਤਾ ਨਹੀਂ, ਉਹ ਕਹਿੰਦਾ ਮੈਂ ਬੈਠਣਾ, ਉਹ ਕਹਿੰਦੇ ਮੈਂ ਬੈਠਣਾ ਆ। ਕੱਲ ਸਿੱਧੂ ਤੇ ਚੰਨੀ ਦੀ ਵੀ ਗੱਲ ਸੁਣੀ ਸੀਗੀ। ਰਾਹੁਲ ਗਾਂਧੀ ਜੀ ਆਏ ਸੀ ਜਲੰਧਰ, ਉਹਨਾਂ ਦੀ ਗੱਲ ਸੁਣੀ ਸੀਗੀ। ਉਹ ਕਹਿੰਦੇ ਪਹਿਲਾਂ ਕਹਿੰਦੇ ਸੀਗੇ ਚੰਨੀ ਤੇ ਸਿੱਧੂ ਆਪਸ ਵਿੱਚ ਹੀ ਭਿੜਦੇ ਆ, ਤੇ ਹੁਣ ਕਹਿੰਦੇ ਜੀ ਚੰਨੀ ਤੇ ਸਿੱਧੂ ਆਪਸ ਵਿੱਚ ਹੀ ਸਾਥ ਆ, ਇੱਕ ਦੂਜੇ ਨੂੰ ਜੱਫੀਆਂ ਪਾਣ ਡੇ ਸੀ। ਜਦੋਂ ਉਹਨਾਂ ਦਾ ਨਹੀਂ ਹਲੇ ਤੱਕ ਪਤਾ ਲੱਗਦਾ ਤਾਂ ਸਾਡੇ ਵਰਗੇ ਆਮ ਇਨਸਾਨ ਨੂੰ ਕੀ ਪਤਾ ਲੱਗਣਾ ਪਏ ਕਿਹੜਾ ਬੈਠ ਜਾਏਗਾ ਜੱਕਦਮ। ਬਿਲਕੁਲ ਬਿਲਕੁਲ। ਤੇ ਹੁਣ ਤੁਹਾਨੂੰ ਕੀ ਲੱਗਦਾ ਵੀ ਹੁਣ ਦੋਨਾਂ ਦੇ ਵਿੱਚੋਂ ਕੌਣ ਬੈਠੂਗਾ? ਉਹ ਤਾਂ ਹੁਣ ਸਰਕਾਰ ਆਮ ਜਨਤਾ ਹੀ ਦੱਸ ਸਕਦੀ ਆ ਕੌਣ ਬੈਠੇਗਾ। ਜਨਤਾ ਦੇ ਨਾਲ ਹੀ ਆ ਜੀ। ਤੇ ਤੁਸੀਂ ਕੀ ਮਨ ਬਣਾਇਆ ਉਹਦਾ? ਮੇਰੇ ਕੰਨ 'ਚ ਦੱਸ ਦਿਓ। ਨਹੀਂ ਅਸੀਂ ਮਨ ਬਣਾਇਆ ਜਿਹੜਾ ਸਾਡਾ ਸਾਥ ਦੇਗਾ ਅਸੀਂ ਉਹਦਾ ਸਾਥ ਦੇਵਾਂਗੇ ਜੀ। ਤੇ ਤੁਹਾਡਾ ਸਾਥ ਕੀ ਦੇਵੇ ਦੱਸੋ ਤਾਂ ਸਹੀ। ਕਈ ਤਾਂ ਜਾਣੇ ਆ ਹਰ ਸਹੂਲਤ ਹੋਣੀ ਚਾਹੀਦੀ ਗਰੀਬ ਨੂੰ। ਗਰੀਬਾਂ ਦੇ ਘਰ ਬੱਚੇ ਵੀ ਭੁੱਖੇ ਮਰਨ ਡਏ ਆ, ਤੇ ਦਿਹਾੜੀਦਾਰ ਬੰਦਾ ਜਿਹੜਾ ਆ ਉਹਨਾਂ ਨੂੰ ਕੋਈ ਪੈਸਾ ਨਹੀਂ, ਧੇਲਾ ਨਹੀਂ, ਕੁਛ ਨਹੀਂ। ਜਦੋਂ ਹੁਣ ਬਾਰਿਸ਼ ਹੁੰਦੀ ਆ, ਅੱਗੇ ਸਰਕਾਰੀ ਦਾਣੇ ਮਿਲਦੇ ਸੀ, ਦਾਲਾਂ ਸਭ ਕੁਝ, ਆਟਾ ਦਾਲ ਸਭ ਕੁਝ, ਹੁਣ ਦਾਣੇ ਇਕੱਲੇ ਮਿਲਦੇ ਆ, ਉਹ ਵੀ ਬੰਦ ਕੀਤੇ ਹੋਏ ਆ। ਗਰੀਬਾਂ ਦਾ ਹੁਣ ਉੱਦੇ ਮਰਨ ਦੇ ਆ। ਲਓ ਜੀ, ਇਹ ਆ ਲੋਕਾਂ ਦੀ ਆਵਾਜ਼ ਕਿ ਜਿਹੜੀ ਇਸ ਵੇਲੇ ਤੁਸੀਂ ਸੁਣੀ ਹੈ। ਦਸੂਹਾ ਹਲਕੇ ਦੇ ਵਿੱਚ ਲੋਕ ਬਹੁਤ ਜ਼ਿਆਦਾ ਖਫਾ ਵੀ ਨੇ ਮੌਜੂਦਾ ਸਰਕਾਰਾਂ ਦੇ ਕੋਲੋਂ, ਕਿਉਂਕਿ ਕੋਈ ਵੀ ਗਰੀਬ ਬੰਦੇ ਦੀ ਬਾਹ ਨਹੀਂ ਫੜਦਾ, ਗਰੀਬਾਂ ਦੀ ਨਹੀਂ ਸੁਣਦਾ। ਬਹੁਤ ਸਾਰੀਆਂ ਸੁੱਖ ਸਹੂਲਤਾਂ ਇਹ ਲੋਕ ਚਾਹੁੰਦੇ ਨੇ। ਬਾਕੀ ਹੋਰ ਲੋਕ ਕੀ ਚਾਹੁੰਦੇ ਨੇ ਉਹਨਾਂ ਦੇ ਨਾਲ ਵੀ ਮਿਲਾਉਂਦੇ ਆ। ਹਨੇਰੀ ਮਤ ਸਮਝੋ ਤੂਫਾਨ ਹੋ ਤੁਸੀਂ, ਮੇਰੇ ਸੋਹਣੇ ਵਤਨ ਦੇ ਪੰਜਾਬ ਦੇ ਨੌਜਵਾਨ ਹੋ ਤੁਸੀਂ। ਔਰ ਇਹ ਨੌਜਵਾਨ ਜਿਹੜੇ ਇਸ ਵੇਲੇ ਖੇਡਣ ਲੱਗੇ ਹੋਏ ਸੀਗੇ, ਸੱਚਮੁੱਚ ਇਸ ਤਰ੍ਹਾਂ ਖੇਡਦੇ ਹੋਏ ਨੌਜਵਾਨ, ਇਹ ਜੁੱਸੇ ਜਿਹੜੇ ਆ ਇਹ ਚੰਗੇ ਲੱਗਦੇ ਨੇ। ਔਰ ਇਸ ਵੇਲੇ ਸਾਡੇ ਨਾਲ ਨੇ ਕਿਉਂਕਿ ਵੋਟਾਂ ਦਾ ਦੌਰ ਹੈ ਵੀਰ। ਔਰ ਇਸ ਵੇਲੇ ਕਿਉਂਕਿ ਨੌਜਵਾਨਾਂ ਦੇ ਸਿਰਾਂ ਦੇ ਉੱਪਰ ਸਰਕਾਰਾਂ ਬਣਦੀਆਂ, ਨੌਜਵਾਨ ਜਿਹੜੇ ਸਾਡੇ ਸਮਾਜ ਦੀ ਰੀੜ੍ਹ ਦੀ ਹੱਡੀ ਆ। ਤੇ ਤੁਹਾਨੂੰ ਕੀ ਲੱਗਦਾ, ਕਿਉਂਕਿ ਦਸੂਹਾ ਹਲਕੇ ਦੇ ਤੁਸੀਂ ਰਹਿਣ ਵਾਲੇ ਹੋ, ਦਸੂਹਾ ਹਲਕੇ ਦਾ ਮਨ ਕੀ ਕਹਿੰਦਾ? ਦਸੂਹੇ ਹਲਕੇ ਦਾ ਮਨ ਤੇ ਹਲੇ ਕਿਸੇ ਪਾਸੇ ਨਹੀਂ ਆ ਜੀ। ਤੇ ਇਹ ਤਾਂ ਹੁਣ ਸਮਾਂ ਦੱਸੂਗਾ ਜੀ। ਨੌਜਵਾਨ ਸਾਰੇ ਕੀ ਸੋਚਦੇ ਆ, ਕੀ ਚਾਹੁੰਦੇ ਆ ਸਰਕਾਰਾਂ ਦੇ ਕੋਲੋਂ? ਸਰਕਾਰਾਂ ਬਸ ਨੌਜਵਾਨਾਂ ਦਾ ਸੋਚਣ, ਉਹਨਾਂ ਵਾਸਤੇ ਗਰਾਊਂਡਸ ਹੋਣ ਪਿੰਡ ਵਿੱਚ, ਤੇ ਬਸ ਇਹੋ ਹੀ। ਹੋਰ ਜੀ, ਉਹਨਾਂ ਦੇ ਵਾਸਤੇ ਗਰਾਊਂਡਸ ਹੋਣ, ਖੇਡਣ ਦਾ ਸਮਾਨ ਹੋਵੇ, ਸਰਕਾਰ ਖੇਡਾਂ ਦੀ ਨੀਤੀ ਨੂੰ ਥੋੜੀ ਜਿਹੀ ਅੱਗੇ ਵਧਾਵੇ। ਇਹ ਨੌਜਵਾਨਾਂ ਦੇ ਦਿਲਾਂ ਦੇ ਅਰਮਾਨ ਨੇ। ਤੇ ਤੁਹਾਡੀ ਵੋਟ ਬਣ ਗਈ ਹੈ? ਨਹੀਂ ਜੀ, ਬਣੀ ਨਹੀਂ ਹਲੇ। ਕਿਹਦੀ ਵੋਟ ਬਣੀ ਆ? ਬਾਕੀ ਸਾਰਿਆਂ ਦੀ ਬਣੀਆਂ ਹੀ। ਆ ਜਾਓ ਅੱਗੇ, ਥੋੜਾ ਜਿਹਾ ਅੱਗੇ ਆ ਜਾਓ। ਤੁਹਾਡੀ ਵੋਟ ਇਹ ਪਹਿਲੀ ਵਾਰ ਤੁਸੀਂ ਵੋਟ ਪਾਉਣੀ ਆ ਕਿ ਪਹਿਲਾਂ ਪਾ ਚੁੱਕੇ ਆ? ਜੀ, ਇਸ ਵਾਰ ਕੀ ਮਨ ਕਰਦਾ? ਇਸ ਵਾਰ ਜੀ ਦੇਖੋ ਜੀ, ਆਦਮੀ ਨੂੰ ਪਾਉਂਗੇ ਜਿਹੜੇ ਵਧੀਆ ਹੋਊਗਾ। ਹਾਂਜੀ, ਕਿਸੇ ਪਾਰਟੀ ਪੁਲਟੀ ਨਾਲ ਨਹੀਂ ਹੈਗਾ ਸਾਡਾ, ਜਿਹੜਾ ਬੰਦਾ ਵਧੀਆ ਉਹਨੂੰ ਪਾਉਂਗੇ ਜੀ। ਇਹ ਬਹੁਤ ਚੰਗੀ ਗੱਲ ਹੈ, ਬਹੁਤ ਵਧੀਆ ਸੋਚਿਆ ਕਿ ਉਸ ਬੰਦੇ ਨੂੰ ਪਾਵਾਂਗੇ ਕਿ ਜਿਹੜਾ ਵਧੀਆ ਹੋਊਗਾ। ਇਹਨਾਂ ਦੇ ਲਈ ਪਾਰਟੀ ਕੋਈ ਮਾਇਨੇ ਨਹੀਂ ਰੱਖਦੀ, ਹੋਣਾ ਵੀ ਇਸ ਤਰ੍ਹਾਂ ਚਾਹੀਦਾ ਕਿ ਜਿਹੜਾ ਬੰਦਾ ਵਧੀਆ ਆ ਉਹਨੂੰ ਵੋਟ ਪਾਓ। ਤੇ ਅੱਛਾ, ਇਹ ਸੋਚ ਤੁਹਾਡੀ ਆਪਣੀ ਹੈ ਜਾਂ ਘਰਦਿਆਂ ਦੀ ਵੀ ਇਹੀ ਸੋਚ ਆ? ਸਾਰਿਆਂ ਦੀ ਇਹੀ ਸੋਚ ਹੈ ਸਾਡੀ। ਹਾਂਜੀ, ਯੂਥ ਦੀ ਆ, ਘਰਦਿਆਂ ਦੀ ਵੀ ਇਹੀ ਆ ਜੀ ਸਾਡੀ। ਨਾ ਸਾਡੇ ਘਰ ਦੇ ਕਿਸੇ ਪਾਰਟੀ ਵਾਲੇ ਹੈਗੇ ਆ ਜੀ। ਹਾਂਜੀ। ਔਰ ਜਿਹੜੇ ਨੌਜਵਾਨ ਜਿੱਧਰ ਨੂੰ ਤੁਰ ਪੈਂਦੇ ਨੇ ਫਿਰ ਉਧਰ ਫਤਿਹ ਹਾਸਲ ਹੁੰਦੀ ਆ, ਕਿਉਂਕਿ ਇਹ ਉਹੀ ਲੋਕ ਨੇ ਕਿ ਜਿਨ੍ਹਾਂ ਦੀ ਅਣਖ ਸਿਰਾਂ ਤੋਂ ਗਿੱਠ ਉੱਚੀ, ਅਸੀਂ ਮੋਢਿਆਂ ਨਾਲ ਮਹਿਲ ਹਿਲਾ ਸਕਦੇ, ਸਾਡੀ ਹਿੱਕ 'ਚ ਛੂਕ ਦੇ ਪੰਜ ਪਾਣੀ, ਅਸੀਂ ਪਲਾਂ 'ਚ ਪਰਲੋਂ ਲਿਆ ਸਕਦੇ। ਇਹ ਨੌਜਵਾਨ ਨੇ ਜਿਹੜੇ ਸਾਡੇ ਦੇਸ਼ ਦੇ। ਤੁਸੀਂ ਕੀ ਕਹਿਣਾ ਚਾਹੋਗੇ? ਅਸੀਂ ਵੀ ਇਕੱਠੇ ਹੀ ਸਾਰੇ ਯੂਥ ਇਕੱਠਾ ਹੀ ਆ ਸਾਰਾ ਜੀ। ਤੇ ਕੀ ਲੱਗਦਾ ਉੱਦਾਂ ਵੈਸੇ ਆਲ ਓਵਰ ਜੇਕਰ ਆਪਾਂ ਪੰਜਾਬ ਦੀ ਗੱਲ ਕਰਦੇ ਆ, ਕੀ ਦਿਖਾਈ ਦਿੰਦਾ? ਦਿਖਾਈ ਕੁਛ ਨਹੀਂ ਦਿੰਦਾ, ਸਰਕਾਰ ਕਿਸੇ ਦੀ ਵੀ ਨਹੀਂ ਬਣਦੀ ਜੀ। ਅੱਛਾ। ਤੇ ਕਿ ਕੋਈ ਤਾਂ ਬਣਾਊਗਾ ਹੀ। ਬਣਦੀ ਨਹੀਂ ਹੈ ਜੀ, ਚੱਜ ਦਾ ਤਾਂ ਕੋਈ ਵੀ ਹੈ ਨਹੀਂ ਇੱਥੇ। ਚੱਜ ਦਾ ਇੱਥੇ ਕੋਈ ਵੀ ਨਹੀਂ ਹੈਗਾ। ਤੇ ਸਾਰੇ ਜਿਹੜੇ ਇਸ ਵੇਲੇ ਆਪਣੇ ਘਰ ਭਰਦੇ ਆ। ਮਿਲਣਾ ਨਹੀਂ ਐਤਕੀ, ਇਲੈਕਸ਼ਨ ਦੁਬਾਰਾ ਆਊਗੀ। ਇਲੈਕਸ਼ਨ ਕਹਿੰਦੇ ਦੁਬਾਰਾ ਹੋ ਸਕਦੀ ਆ। ਰਾਸ਼ਟਰਪਤੀ ਰਾਜ ਲੱਗਣਾ ਜੀ ਇੱਕ ਵਾਰ ਇੱਥੇ। ਹਾਂਜੀ, ਰਾਸ਼ਟਰਪਤੀ ਰਾਜ ਲੱਗਣਾ ਜੀ ਇੱਕ ਵਾਰ। ਦੇਖੋ, ਖੈਰ ਉਹ ਰਾਸ਼ਟਰਪਤੀ ਰਾਜ ਜਿਹੜਾ ਲੱਗਣਾ ਉਹ ਤੇ ਚੰਗਾ ਨਹੀਂ ਹੁੰਦਾ। ਸਰਕਾਰਾਂ ਤੁਸੀਂ ਬਣਾਉਣੀਆਂ, ਤੁਹਾਡੇ ਹੱਥ ਦੇ ਵਿੱਚ ਤਾਕਤ ਆ। ਨਹੀਂ ਨਾ ਮਿਲਣਾ ਕਿਸੇ ਪਾਰਟੀ ਨੂੰ। ਅੱਛਾ, ਬਹੁਮਤ ਕਿਉਂ ਨਹੀਂ ਮਿਲਣਾ? ਐਤਕੀ ਸਾਰੇ ਮਿਕਸ ਆ ਜੀ। ਕੰਮ ਕਿਸੇ ਨੇ ਵੀ ਨਹੀਂ ਐਤਕੀ ਕੀਤਾ। ਅੱਛਾ, ਲੋਕਾਂ ਦਾ, ਇਸ ਕਰਕੇ ਸਾਰਿਆਂ ਨੇ ਆਪਣੇ ਘਰ ਭਰੇ ਆ ਜੀ। ਚੰਨੀ ਦੇ ਮੰਜੇ ਪਾਉਂਦਾ ਰਿਹਾ, ਚੰਨੀ ਦੇ ਕਹਿੰਦੇ ਮੰਜੇ ਪਾਉਂਦਾ ਰਿਹਾ, ਕਦੀ ਨਾਗਵਾਲ ਪਾਉਂਦਾ ਰਿਹਾ, ਕਦੀ ਧਾਰਾਂ ਚੋਂਦਾ ਰਿਹਾ, ਹਾਂਜੀ, ਕਦੀ ਖੰਭੇ ਨਾਲ ਚੜਦਾ ਰਿਹਾ। ਤੇ ਸਰਕਾਰ ਕਿੱਥੋਂ ਬਣਨੀ ਜੇ? ਇੱਦਾਂ ਸਰਕਾਰ ਥੋੜਾ ਬਣਦੀ ਆ। ਜਿਹੜੇ ਮੁੰਡੇ ਬੇਰੁਜ਼ਗਾਰ ਤੁਰੇ ਫਿਰਦੇ ਨਾ, ਨੌਕਰੀ ਸਰਕਾਰ ਦੇਵੇ, ਫੇਰ ਸਰਕਾਰ ਬਣਦੀ, ਫੇਰ ਮੁੰਡੇ ਕੇ ਪਾਸੇ ਹੋਣਗੇ।
ਚੰਨੀ ਤਾਂ ਆਪਣੇ ਕੰਮ ਹੀ ਕਰਦਾ ਰਿਹਾ, ਕਈ ਮੈਨਗਾ ਜਿਹੜੀ ਆ ਉਹ ਆਪਣੀ ਚਲਾਉਂਦਾ ਰਿਹਾ, ਆਪਣੇ ਘਰ ਭਰ ਲਏ ਉਹਨਾਂ ਨੇ। ਏਦਾਂ ਥੋੜਾ ਸਰਕਾਰ ਚੱਲਦੀ ਹੈ ਜੀ, ਸਰਕਾਰ ਵੀ ਚੱਲੂਗੀ ਕੰਮ 10 ਕਰੋੜ ਰੁਪਇਆ ਫੜਿਆ ਗਿਆ ਉਹਨਾਂ ਕੋਲੋਂ। ਤੁਹਾਨੂੰ ਪਤਾ ਏਦਾਂ ਸਰਕਾਰ ਆਪ ਵੀ ਕੁਝ ਘਰ ਭਰਦੇ ਰਹੇ, ਸਰਕਾਰ ਏਦਾਂ ਚੱਲਣੀ ਆ। ਮੁੰਡੇ ਬੇਰੁਜ਼ਗਾਰ ਸਾਰੇ ਤੁਰੇ ਫਿਰਦੇ ਆ, ਇਹਨਾਂ ਸਾਰਿਆਂ ਨੌਕਰੀਆਂ ਤੇ ਲਾਉਣਾ ਚਾਹੀਦਾ ਆ, ਬਿਲਕੁਲ, ਤਾਂ ਕਰਕੇ ਸਰਕਾਰ ਫੇਰ ਹੀ ਚੱਲੂਗੀ। ਲਓ ਜੀ, ਸਰਕਾਰ ਫੇਰ ਹੀ ਚੱਲੂਗੀ ਜੇਕਰ ਨੌਕਰੀਆਂ ਮਿਲਣਗੀਆਂ, ਨੌਜਵਾਨਾਂ ਦੀ ਬਾਂਹ ਫੜਨਗੇ। ਤੁਸੀਂ ਵੀ ਕੁਝ ਕਹਿ ਰਹੇ ਸੀ, ਹਾਲੇ ਦਿਲ ਦੇ ਬਲਬਲੇ ਹੈਗੇ ਆ। ਨਹੀਂ ਮੈਂ ਕਿਹਾ ਜੀ ਦੇਖੋ ਜੀ, ਹੁਣ ਰੇਡ ਪਈ ਸੀ ਈਡੀ ਦੀ ਤੇ ਕਿੰਨੇ ਕਰੋੜ ਰੁਪਇਆ ਫੜਿਆ ਗਿਆ ਜੀ ਉਤੋਂ ਚੰਨੀ ਤੋਂ। ਬਸ ਜੀ, ਹੋਰ ਕਹਿਣਾ। ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਜਿਹੜਾ ਰੁਪਈਆ ਫੜਿਆ ਗਿਆ ਕਿੱਥੇ ਜਾਣਾ ਚਾਹੀਦਾ? ਉਹ ਲੋਕਾਂ ਵਿੱਚ ਵੰਡਣਾ ਚਾਹੀਦਾ ਜੀ ਸਾਰਾ। ਨਹੀਂ ਪੈਸਾ ਜੀ ਉਹ ਕਿਹੜਾ ਇਹ ਸਾਡੇ ਟੈਕਸ ਆ ਕੱਟੇ ਇਹਨਾਂ ਨੇ, ਉਹ ਸਾਡਾ ਹੀ ਪੈਸਾ ਹੈ, ਉਹ ਕਿਹੜਾ ਇਹਨਾਂ ਦਾ ਹੈ। ਬਿਲਕੁਲ, ਹਾਂਜੀ ਜੀ, ਉਹ ਸਾਡਾ ਹੀ ਪੈਸਾ ਹੈ ਜੀ। ਔਰ ਜਿਹੜਾ ਇਹਨਾਂ ਦੇ ਕੋਲ ਫੜਿਆ ਹੋਇਆ, ਕਿਉਂਕਿ ਕਹਿਣ ਦਾ ਮਤਲਬ ਇਹ ਹੈ ਕਿ ਇੰਨੀ ਜ਼ਿਆਦਾ ਕਰਪਸ਼ਨ ਵੱਧ ਗਈ ਹੈ, ਇੰਨਾ ਜ਼ਿਆਦਾ ਭ੍ਰਿਸ਼ਟਾਚਾਰ, ਇੰਨੀ ਜ਼ਿਆਦਾ ਬੇਰੁਜ਼ਗਾਰੀ ਹੈ ਕਿ ਨੌਜਵਾਨ ਪੂਰੀ ਤਰ੍ਹਾਂ ਦੇ ਨਾਲ ਤੰਗ ਆ ਸਰਕਾਰਾਂ ਦੇ ਕੋਲੋਂ। ਔਰ ਇਸ ਵਾਰ 20 ਤਰੀਕ ਨੂੰ ਨੌਜਵਾਨ ਕੋਈ ਕ੍ਰਿਸ਼ਮਾ ਜੀ, ਸਾਰੇ ਬੇਰੁਜ਼ਗਾਰ ਮੁੰਡੇ ਤੋਂ ਫਿਰ ਨਸ਼ੇ ਲੱਗੇ ਫਿਰਦੇ ਆ, ਕੋਈ ਕੰਮ ਕੋਈ ਲੱਭਦਾ ਨਹੀਂ, ਸਭ ਚਿੱਟੇ ਤੇ ਲਾਏ। ਕਾਂਗਰਸ ਸਰਕਾਰ, ਕਾਲੀ ਸਰਕਾਰ ਜਿਹੜੀ ਆ, ਸਭ ਨਸ਼ਾ ਵਿਕਾਰ ਹੋਈ ਆ। ਚੰਨੀ ਜਿਹੜਾ ਆ, ਬਾਦਲ ਹੋਣੀ, ਸਭ ਨਸ਼ਾ ਵਿਕਾਰ ਰਹੇ ਆ। ਸਾਰੇ ਬੇਰੁਜ਼ਗਾਰ ਮੁੰਡੇ ਨਸ਼ਿਆਂ ਦੇ ਲੱਗੇ, ਟੀਕੇ ਲਾ ਰਹੇ ਚਿੱਟੇ ਦੇ। ਤੁਹਾਨੂੰ ਪਤਾ ਕਿੱਥੇ ਕੰਮ ਕਾਰ ਹੋਵੇ, ਮੁੰਡੇ ਕਿੱਥੋਂ ਨਸ਼ਿਆਂ ਦੇ ਲੱਗਣ। ਬਿਲਕੁਲ ਜੀ, ਜੇਕਰ ਕੰਮਕਾਰ ਹੋਵੇ ਤਾਂ ਫਿਰ ਇਹਨਾਂ ਜਿਹੜੀਆਂ ਅਲਾਮਤਾਂ ਆ, ਇਹਨਾਂ ਤੋਂ ਵੀ ਲੋਕ ਬਚੇ ਰਹਿੰਦੇ ਨੇ। ਖੈਰ, ਤੁਸੀਂ ਖੇਡੋ ਮੱਲੋ, ਜਵਾਨੀਆਂ ਨੂੰ ਸਾਂਭ ਕੇ ਰੱਖੋ, ਇਸੇ ਤਰ੍ਹਾਂ ਹੀ ਗਰਾਊਂਡਾਂ ਦੇ ਵਿੱਚ ਭਾਗ ਲੱਗੇ ਰਹਿਣ ਔਰ ਤੁਹਾਡੀਆਂ ਜਵਾਨੀਆਂ ਜ਼ਿੰਦਾਬਾਦ ਰਹਿਣ। ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਸ਼ੁਕਰੀਆ। ਔਰ ਹੈ ਤੁਹਾਡੇ ਦਿਲ ਦੇ ਵਿੱਚ ਕੀ ਬਲਬਲੇ ਆ ਤੁਹਾਡੇ? ਦੇਖੋ ਜੀ, ਸਾਰੀਆਂ ਸਰਕਾਰਾਂ ਤਾਂ ਗੰਦੀਆਂ। ਹੁਣ ਆਪਣਾ ਕਿਸਾਨੀ ਧਰਨਾ ਦਿੱਲੀ ਲੱਗਾ ਰਿਹਾ, 750 ਕਿਸਾਨ ਮਰ ਗਿਆ, ਕਿਸੇ ਨੇ ਸਰਕਾਰ ਨੇ ਪੁੱਛਿਆ ਤੱਕ ਨਹੀਂ ਹੈਗਾ। ਹੁਣ ਵੋਟਾਂ ਤਾਂ ਸਾਰੇ ਪੈਰਾਂ 'ਚ ਡਿੱਗਦੇ ਫਿਰਦੇ ਆ। ਅਸੀਂ ਤਾਂ ਆਪਣਾ ਦਸੂਹੇ ਤੋਂ ਲੋਕਲ ਹੀ ਦੇਖਾਂਗੇ ਜੀ, ਕੋਈ ਹੋਊਗਾ ਤਾਂ ਵਧੀਆ, ਜਿਹੜਾ ਲੱਗੂਗਾ ਉਹਨੂੰ ਹੀ ਵੋਟ ਪਾਵਾਂਗੇ। ਬਾਕੀ ਸਾਰੀਆਂ ਸਰਕਾਰਾਂ ਤਾਂ ਕਰਪਟ ਹੀ ਆ ਜੀ, ਸਾਰੀਆਂ ਜਮਾ ਕੇ ਦੇਖ ਲਿਆ ਸਾਰਿਆਂ ਨੂੰ। ਹੁਣ ਦੇਖਾਂਗੇ ਕੋਈ ਲੋਕਲ ਹੋਊਗਾ ਆਪਣਾ ਦਸੂਹੇ ਤੋਂ, ਉਹਨੂੰ ਹੀ ਦੇਖਾਂਗੇ ਜੀ ਅੱਗੇ। ਜੀ, ਜੇਕਰ ਤੁਸੀਂ ਕਿਸਾਨੀ ਮੋਰਚੇ ਦੀ ਗੱਲ ਕੀਤੀ ਹੈ ਔਰ ਕਿਸਾਨ ਮੋਰਚੇ ਵੱਲੋਂ ਵੀ ਆਪਣੇ ਉਮੀਦਵਾਰ ਖੜੇ ਕੀਤੇ ਜਾ ਰਹੇ ਆ, ਕੀ ਵਿਚਾਰ ਕੀ ਬਣਦਾ ਹੈ? ਵਿਚਾਰ ਜੇ ਬੰਦਾ ਚੰਗਾ ਹੋਇਆ ਸਾਥ ਜ਼ਰੂਰ ਦੇਵਾਂਗੇ ਜੀ ਕਿਸਾਨੀ ਧਰਨੇ ਜਿਹੜੇ ਮੋਰਚੇ ਨਾਲ, ਸੰਯੁਕਤ ਮੋਰਚੇ ਨਾਲ ਆ। ਬਾਕੀ ਪਾਰਟੀਆਂ ਸਾਰੀਆਂ ਤੁਸੀਂ ਦੇਖ ਹੀ ਲਈਆਂ, ਆਪਸ 'ਚ ਹੀ ਲੜੀ ਜਾਂਦੇ ਆ। ਕਾਂਗਰਸ ਦੇ ਆਪਸ 'ਚ ਲੜੀ ਜਾਂਦੇ ਆ, ਅਕਾਲੀਆਂ ਨੂੰ ਵੀ ਜਮਾ ਕੇ ਦੇਖ ਲਿਆ। 10 ਸਾਲ ਰਹੇ ਆ ਜੀ, ਪਿੱਛੇ ਕੁਝ ਨਹੀਂ ਕੀਤਾ ਉਹਨਾਂ ਨੇ। ਜਦੋਂ ਸਰਕਾਰ ਬਣਦੀ ਬਸ ਸੜਕਾਂ, ਗਲੀਆਂ, ਨਾਲੀਆਂ, ਬਸ ਇਹ ਕੁਛ ਹੀ ਰੌਲਾ ਰਹਿ ਜਾਂਦਾ। ਇਹ ਤਾਂ ਅਸੀਂ ਆਪਣੇ ਮੁੰਡਿਆਂ ਨੇ ਸਾਰੇ ਪੈਸੇ ਪਾ ਪੂ ਕੇ ਆਹ ਨੈੱਟ ਬਣਾਇਆ ਜੀ, ਗਰਾਊਂਡ ਬਣਾਈ ਆ। ਵਿਰਕ ਸਾਹਿਬ ਨੇ ਸਾਨੂੰ ਗਰਾਊਂਡ ਦਿੱਤੀ ਹੈ ਇੱਥੇ ਸਾਡੇ ਪਿੰਡ। ਆਹ ਜਗ੍ਹਾ ਬਾਬਾ ਦੀਵਾਨ ਸ਼ਾਹ ਦੇ ਨਾਂ ਤੇ ਉਹਨਾਂ ਨੇ ਦਿੱਤੀ ਹੋਈ ਹੈ ਜੀ। ਹਾਂਜੀ, ਗਰਾਊਂਡ ਵੀ ਹੈ ਨਹੀਂ ਸਾਡੇ ਪਿੰਡ ਕੋਈ ਵੀ, ਤੇ ਇਹ ਇਹਨਾਂ ਜੋਨੀ ਵਿਰਕ ਸਾਹਿਬ ਹੁਣਾਂ ਨੇ ਦਿੱਤੀ ਹੈ ਜੀ ਗਰਾਊਂਡ ਸਾਨੂੰ। ਸਾਰੇ ਮੁੰਡਿਆਂ ਦੀ ਕਮੇਟੀ ਬਣਾਈ ਹੋਈ ਉਹਨਾਂ ਨੇ। ਇਹ ਸਾਰੇ ਨੌਜਵਾਨਾਂ ਨੇ ਰਲ ਮਿਲ ਕੇ ਇਹ ਖੇਡਣ ਦੇ ਲਈ ਆਪਣਾ ਜ਼ਰੀਆ ਬਣਾਇਆ ਹੋਇਆ, ਗਰਾਊਂਡ ਬਣਾਈ ਹੋਈ ਆ। ਔਰ ਪਿੰਡ ਦੇ ਹੀ ਦਾਨੀ ਸੱਜਣ ਨੇ ਇਹਨਾਂ ਨੂੰ ਇਹ ਗਰਾਊਂਡ ਦਿੱਤੀ ਹੋਈ ਹੈ। ਸਰਕਾਰਾਂ ਦਾ ਫਰਜ਼ ਬਣਦਾ ਹੈ ਕਿ ਇਹਨਾਂ ਆਪਣੇ ਬੱਚਿਆਂ ਨੂੰ, ਇਹਨਾਂ ਨੌਜਵਾਨਾਂ ਨੂੰ ਖੇਡਾਂ ਦੇ ਵਾਲੇ ਪਾਸੇ ਲਾ ਕੇ ਦੇਸ਼ ਦੀ ਮੁੱਖ ਧਾਰਾ ਦੇ ਨਾਲ ਜੋੜਿਆ ਜਾ ਸਕੇ। ਪਰ ਅੱਜ ਸਰਕਾਰਾਂ ਜਦੋਂ ਇਹਨਾਂ ਨੌਜਵਾਨਾਂ ਦੀ ਬਾਂਹ ਛੱਡ ਦਿੰਦੀਆਂ ਨੇ ਤਾਂ ਫਿਰ ਇਹਨਾਂ ਦਾ ਭਵਿੱਖ ਕਿੱਥੇ ਜਾਏਗਾ? ਬਹੁਤ ਵੱਡਾ ਸਵਾਲ ਹੈ ਇਹਨਾਂ ਸਾਰੀਆਂ ਸਰਕਾਰਾਂ ਦੇ ਵਾਸਤੇ। ਜੇਕਰ ਨਹੀਂ ਸੋਚੋਗੇ ਤਾਂ ਇਹ ਨੌਜਵਾਨ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਬਾਰੇ ਜ਼ਰੂਰ ਸੋਚਣਗੇ। ਦਸੂਹਾ ਦੇ ਬਾਜ਼ਾਰਾਂ ਦੇ ਵਿੱਚ ਵੀ ਜਦੋਂ ਅਸੀਂ ਘੁੰਮਦੇ ਹਾਂ ਤਾਂ ਉਸ ਵੇਲੇ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਖਿਆਲ ਜਾਣਨ ਦੀ ਕੋਸ਼ਿਸ਼ ਕੀਤੀ ਹੈ। ਇਸ ਵੇਲੇ ਸਾਡੇ ਨਾਲ ਇੱਕ ਸਾਡੇ ਦੋਸਤ ਹਾਜ਼ਰ ਨੇ, ਕੀ ਕਹਿਣਾ ਚਾਹੋਗੇ? ਸਰ, ਮੈਂ ਇੱਕ ਚੀਜ਼ ਕਹਿਣਾ ਚਾਹੁੰਦਾ ਕਿ ਬਹੁਤ ਟਾਈਮ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਦਸੂਹਾ ਨੂੰ ਜ਼ਿਲ੍ਹਾ ਬਣਾਇਆ ਜਾਏ। ਚਲੋ ਬਹੁਤ ਅੱਛੀ ਗੱਲ ਆ ਜੇ ਦਸੂਹਾ ਸਾਡਾ ਜ਼ਿਲ੍ਹਾ ਬਣਦਾ ਆ, ਪਰ ਉਸ ਤੋਂ ਪਹਿਲਾਂ ਇੱਥੇ ਦੀਆਂ ਜਿਹੜੀਆਂ ਮੂਲਭੂਤ ਜ਼ਰੂਰਤਾਂ ਆ ਉਹਨਾਂ ਨੂੰ ਪੂਰਾ ਕੀਤਾ ਜਾਏ। ਦਸੂਹੇ ਦੇ ਨਾਲ ਘੱਟ ਤੋਂ ਘੱਟ 200 ਪਿੰਡ ਲੱਗਦਾ। ਇੱਥੇ ਦੀਆਂ ਮਾਵਾਂ ਭੈਣਾਂ ਸਾਰੀਆਂ ਪਿੰਡਾਂ ਦੀਆਂ ਦਸੂਹੇ ਸ਼ਾਪਿੰਗ ਕਰਨ ਆਉਂਦੀਆਂ। ਬਾਜ਼ਾਰ 'ਚ ਕੋਈ ਜਨਤਕ ਬਾਥਰੂਮ ਨਹੀਂ। ਦਸੂਹੇ ਦੇ ਦੁਕਾਨਦਾਰਾਂ ਲਈ ਜੀਟੀ ਰੋਡ ਤੇ ਕਹਿ ਲਓ, ਬਾਜ਼ਾਰ ਲਈ ਕਹਿ ਲਓ, ਕਿਤੇ ਕੋਈ ਜਨਤਕ ਬਾਥਰੂਮ ਨਹੀਂ। ਆਪਾਂ ਤਾਂ ਉਹ ਗੱਲ ਕਰਦੇ ਹਾਂ ਜੋ ਹਕੀਕਤ ਆ। ਅਸੀਂ ਉਹ ਗੱਲ ਕਹਿਣਾ ਚਾਹੁੰਦੇ ਹਾਂ ਇੱਥੇ ਦੇ ਪ੍ਰਸ਼ਾਸਨ ਨੂੰ, ਇੱਥੇ ਦੇ ਐਮਐਲਏ ਸਾਹਿਬ ਨੂੰ, ਇੱਥੇ ਦੇ ਮੌਜੂਦਾ ਐਸਡੀਐਮ ਸਾਹਿਬ ਨੂੰ ਕਿ ਦਸੂਹੇ ਦੀਆਂ ਜਿਹੜੀਆਂ ਮੂਲਭੂਤ ਜ਼ਰੂਰਤਾਂ ਉਹਨਾਂ ਲਈ ਕੰਮ ਕੀਤਾ ਜਾਏ। ਜ਼ਿਲ੍ਹਾ ਵੀ ਬਣ ਜਾਏਗਾ, ਬਹੁਤ ਅੱਛੀ ਗੱਲ ਆ, ਪਰ ਜੋ ਬੇਸਿਕ ਫੈਸਿਲਿਟੀਜ਼ ਆ ਉਹ ਪ੍ਰੋਵਾਈਡ ਕੀਤੀਆਂ ਜਾਣ ਜੀ। ਤੇ ਹੁਣ ਕਿਉਂਕਿ ਇੰਨੀਆਂ ਜਿਹੜੀਆਂ ਸਮੱਸਿਆਵਾਂ ਨਾਲ ਜੂਝ ਰਿਹਾ, ਜੇਕਰ ਸਾਨੂੰ ਮੁੱਢਲੀਆਂ ਸਹੂਲਤਾਂ ਹੀ ਨਹੀਂ ਮਿਲੀਆਂ ਤਾਂ ਫਿਰ ਤੁਹਾਡੇ ਵਰਗੇ ਨੌਜਵਾਨਾਂ ਦੇ ਹੱਥ ਦੇ ਵਿੱਚ ਤਾਕਤ ਆ। ਤੁਸੀਂ ਸਰਕਾਰਾਂ ਬਣਾ ਵੀ ਸਕਦੇ ਹੋ, ਤੁਸੀਂ ਸਰਕਾਰਾਂ ਢਾਹ ਵੀ ਸਕਦੇ ਹੋ। ਮਨ ਇਸ ਵੇਲੇ ਕੀ ਕਹਿੰਦਾ? ਸਰ, ਅਵੇਅਰਨੈਸ ਹੋਣੀ ਬਹੁਤ ਜ਼ਰੂਰੀ ਹੈ ਜੀ। ਅਸੀਂ ਸਿਰਫ ਇਹ ਦੇਖਦੇ ਹਾਂ ਕਿ ਆਹ ਪਾਰਟੀ ਆ, ਇਹਨੂੰ ਵੋਟ ਪਾ ਦਿਓ। ਪਾਰਟੀ ਨੂੰ ਵੋਟ ਨਹੀਂ, ਕੈਂਡੀਡੇਟ ਨੂੰ ਵੋਟ। ਕੈਂਡੀਡੇਟ ਪੜ੍ਹਿਆ ਲਿਖਿਆ ਹੋਵੇ, ਇਮਾਨਦਾਰ ਹੋਵੇ, ਸੱਚਾ ਹੋਵੇ, ਉਹਨੂੰ ਵੋਟ ਪਾਓ। ਇਹ ਬਹੁਤ ਵਧੀਆ ਗੱਲ ਹੈ। ਇਹ ਜਿਹੜੀ ਜਾਗਰੂਕਤਾ ਅੱਜ ਨੌਜਵਾਨਾਂ ਦੇ ਵਿੱਚ ਆਈ ਹੈ ਨਾ ਕਿ ਅਸੀਂ ਪਾਰਟੀ ਨਹੀਂ ਦੇਖਣੀ, ਅਸੀਂ ਕੈਂਡੀਡੇਟ ਦੇਖਣਾ। ਕੈਂਡੀਡੇਟ ਪੜ੍ਹਿਆ ਲਿਖਿਆ ਹੋਵੇ, ਸਾਡੇ ਹਲਕੇ ਦੀ ਨਬਜ਼ ਨੂੰ ਪਛਾਣਨ ਵਾਲਾ ਹੋਵੇ, ਜਾਣਨ ਵਾਲਾ ਹੋਵੇ ਔਰ ਜੋ ਹਲਕੇ ਦੀਆਂ ਦੁੱਖ ਤਕਲੀਫਾਂ ਉਹਨੂੰ ਦੂਰ ਕਰਨ ਵਾਲਾ ਹੋਵੇ। ਓਵਰਆਲ ਪੰਜਾਬ ਦੇ ਵਿੱਚ ਕੀ ਦੇਖਦੇ ਹੋ ਇਸ ਵੇਲੇ ਸਿਆਸੀ ਮਾਹੌਲ ਕੀ ਚੱਲ ਰਿਹਾ? ਸਿਆਸੀ ਮਾਹੌਲ ਸਰ ਦੇਖੋ ਬਹੁਤ ਗਰਮਾਇਆ ਹੋਇਆ ਆ। ਇੱਕ ਟਾਈਮ ਸੀਗਾ ਜਦੋਂ ਦੋ ਮੁੱਖ ਪਾਰਟੀਆਂ ਹੁੰਦੀਆਂ ਸੀਗੀਆਂ, ਪਰ ਹੁਣ ਤਿਕੋਨਾ ਮੁਕਾਬਲਾ ਹੋ ਚੁੱਕਾ ਔਰ ਲੋਕ ਬਦਲਾਅ ਵੀ ਚਾਹੁੰਦੇ ਆ। ਇਹ ਲੋਕਾਂ ਦੇ ਦਿਲਾਂ ਦੀ ਭਾਵਨਾ ਹੈ, ਮੇਰੀ ਭਾਵਨਾ ਨਹੀਂ ਆ। ਚਲੋ ਅਸੀਂ ਦੱਸਦੇ ਆ, ਸਾਰੀ ਗੱਲਬਾਤ ਕਰਦੇ ਆ।
ਦੇਖਦੇ ਆ ਮਾਹੌਲ ਕੀ ਬਣਦਾ, ਪਰ ਇਸ ਟਾਈਮ ਤੇ ਤਾਂ ਸਰ ਕੁਝ ਵੀ ਕਹਿਣਾ ਬਹੁਤ ਮੁਸ਼ਕਿਲ ਆ ਜੀ। ਇਸ ਟਾਈਮ ਤੇ ਜਦ ਕਿ ਵੋਟਾਂ ਬਿਲਕੁਲ ਸਿਰ ਤੇ ਨੇ, ਫਿਰ ਵੀ ਕੁਝ ਵੀ ਕਹਿਣਾ ਮੁਸ਼ਕਿਲ ਹੈ। ਔਰ ਸੱਚਮੁੱਚ ਪੰਜਾਬ ਦੀ ਸਿਆਸੀ ਨਬਜ਼ ਜਿਹੜੀ ਆ ਅੱਜ ਟੋਣੀ ਬਹੁਤ ਮੁਸ਼ਕਿਲ ਹੋ ਗਈ ਹੈ। ਪੰਜਾਬ ਦੇ ਵਿੱਚ ਅੱਜ ਕੱਲ੍ਹ ਜਿੱਥੇ ਵੀ ਦੋ ਬੰਦੇ ਖੜਦੇ ਨੇ ਤਾਂ ਗੱਲਾਂ ਵੋਟਾਂ ਦੀਆਂ ਕਰਦੇ ਨੇ। ਔਰ ਅੱਜ ਕੱਲ੍ਹ ਹੈ ਵੀ ਮਸਲਾ ਇਹੀ ਹੈ ਕਿ ਵੋਟਾਂ ਦੀਆਂ ਗੱਲਾਂ ਰਹਿ ਗਈਆਂ, ਬਾਕੀ ਗੱਲਾਂ ਬਾਅਦ ਵਿੱਚ ਨੇ, ਪਹਿਲਾਂ ਵੋਟਾਂ ਦੀਆਂ ਗੱਲਾਂ ਕਰਦੇ ਆ। ਕੀ ਗੱਲਾਂ ਚੱਲ ਰਹੀਆਂ ਸੀ ਤੁਹਾਡੀਆਂ? ਸਰ ਅਸੀਂ ਤਾਂ ਆਪਣੀਆਂ ਪਰਸਨਲ ਗੱਲਾਂ ਕਰਦੇ ਜੀ, ਵੋਟਾਂ ਲਈ ਇੰਨਾ ਧਿਆਨ ਨਹੀਂ ਦੇਈਦਾ ਆਪਾਂ। ਤੇ ਪਰ ਧਿਆਨ ਦੇਣਾ ਪੈਣਾ, ਹੁਣ ਤਾਂ ਵੋਟਾਂ ਆ ਗਈਆਂ। ਨਹੀਂ, ਵੋਟਾਂ ਤਾਂ ਆਪਾਂ ਪਾਵਾਂਗੇ, ਉਹ ਤਾਂ ਮਨ 'ਚ ਸੋਚ ਰੱਖਿਆ ਜਿਹਨੂੰ ਬਣਾਉਣਾ ਉਹਨੂੰ ਹੀ ਬਣਾਉਣਾ ਹੈ ਜੀ। ਹਾਏ, ਮਨ 'ਚ ਸੋਚ ਰੱਖਿਆ ਕੀ? ਉਹ ਤਾਂ ਹੁਣ ਸਾਰਿਆਂ ਨੂੰ ਪਤਾ ਹੀ ਹੈ ਕਿਹਨਾਂ ਨੇ ਆਉਣਾ ਹੈ। ਤੇ ਕਿਹਨਾਂ ਨੇ ਆਉਣਾ? ਉਹ ਝਾੜੂ ਵਾਲੇ ਹੀ ਆਉਣਗੇ ਜੀ ਇਸ ਵਾਰ। ਤੇ ਤੁਸੀਂ ਕੀ ਸੋਚਿਆ ਜੀ? ਚਾਹੀ ਵੀ ਉਹ 6 ਵੀ ਆ। ਅੱਛਾ ਜੀ, ਤੇ ਤੁਹਾਡਾ ਸੇਮ ਆ ਜੀ। ਲਓ ਜੀ, ਵੇ ਇਹਨਾਂ ਤਿੰਨਾਂ ਦੀ ਸਲਾਹ ਬਣ ਗਈ ਹੈ, ਇਹਨਾਂ ਨੇ ਫੇਰਨਾ ਝਾੜੂ। ਤੇ ਬਾਕੀ ਹੋਰ ਵੀ ਆਪਾਂ ਬਹੁਤ ਸਾਰਿਆਂ ਦੇ ਵਿਚਾਰ ਸੁਣਾਂਗੇ। ਤੇ ਆਜੋ ਥੋੜਾ ਜਿਹਾ ਅੱਗੇ ਚੱਲਦੇ ਹਾਂ। ਕਿੱਦਾਂ ਜੀ, ਕੀ ਹਾਲ ਚਾਲ ਆ? ਵਧੀਆ ਜੀ ਵਧੀਆ। ਕੀ ਕੰਮ ਕਰਦੇ ਆ? ਆਪਣਾ ਕਰਿਆਨੇ ਦਾ ਕੰਮ ਹੈ। ਕਰਿਆਨੇ ਦਾ ਸਟੋਰ ਆ। ਔਰ ਇੱਥੇ ਤੇ ਜਦੋਂ ਲੋਕ ਆਉਂਦੇ ਆ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਦੇ ਆ। ਕੀ ਗੱਲਾਂ ਕਰਦੇ ਲੋਕੀ? ਲੋਕੀ ਯਾਰ ਕੀ ਕਹਿੰਦੇ ਝਾੜੂ ਹੀ ਆਊਗਾ ਜੀ। ਅੱਛਾ, ਝਾੜੂ ਫੇਰ ਦੇਣਾ? ਝਾੜੂ ਫੇਰ ਦੇਣਾ। ਇਹ ਕੀ ਸੋਚ ਕੇ ਇਹ ਕਰ ਰਹੇ ਹੋ? ਸਰ ਜੇ ਤਾਂ ਅਸੀਂ ਦਿੱਲੀ ਗੁੜਗਾਉਂ 'ਚ ਵਧੀਆ ਵਾਤਾਵਰਨ ਹੈਗਾ, ਬੱਚੇ ਵਧੀਆ ਪੜ੍ਹਦੇ ਪਏ ਆ। ਇੱਥੇ ਸਾਰਾ ਕੁਝ ਹੈ ਹੀ ਨਹੀਂਗਾ ਆਪਣੇ। ਉੱਥੋਂ ਨਾਲੋਂ ਪੰਜਾਬ ਦੇਖਿਆ ਜਾਏ ਤਾਂ ਕਈ ਸਾਲ ਪਿੱਛੇ ਚੱਲ ਰਹੇ ਅਸੀਂ। ਤਾਂ ਉਹ ਚੀਜ਼ ਡਿਵੈਲਪ ਤਾਂ ਹੋਣਾ ਚਾਹੀਦਾ ਨਾ ਜੀ। ਹਾਂ, ਤਾਂ ਉਸ ਕਰਕੇ ਜੋ ਚੀਜ਼ ਬੰਦਾ ਅੱਛਾ ਕੰਮ ਕਰ ਰਿਹਾ ਤੇ ਉਹਨੂੰ ਮੰਨਦਾ ਨਾ ਆਪਣਾ ਜੀ। ਤੁਹਾਡੇ ਦਸੂਹੇ ਹਲਕੇ ਦੇ ਵਿੱਚ ਤੁਹਾਨੂੰ ਕਿਸ ਚੀਜ਼ ਦੀ ਘਾਟ ਰੜਕਦੀ ਹੈ? ਇੱਥੇ ਕੀ ਹੈ? ਕੁਝ ਵੀ ਨਹੀਂ ਹੈ ਸਾਡੇ ਦਸੂਹੇ 'ਚ। ਕੀ ਹੈ? ਨਾ ਕੋਈ ਹਸਪੀਟਲ ਕੰਮ ਦਾ, ਨਾ ਕੋਈ ਸਕੂਲ ਕੰਮ ਦਾ, ਨਾ ਕੁਛ ਕਿਸ ਚੀਜ਼ ਦੀ ਸੁਵਿਧਾ ਹੈ ਇੱਥੇ? ਕੁਝ ਵੀ ਨਹੀਂ ਹੈ ਇੱਥੇ। ਜੋ ਕੁਝ ਇਲਾਜ ਵੀ ਕਰਾਉਣਾ, ਜਦ ਹਸਪੀਟਲ ਵੀ ਜਲੰਧਰ ਜਾਣਾ ਪੈਂਦਾ ਸਾਨੂੰ। ਕੀ ਕਰੀਏ? ਜਲੰਧਰ ਜਾਂਦਾ ਵੈਸੇ ਮਰੀਜ਼ ਮਰ ਜਾਂਦਾ ਜੀ, ਤੇ ਕੀ ਫਾਇਦਾ? ਬਿਲਕੁਲ ਜੀ। ਤਾਂ ਫਿਰ ਹੁਣ ਇਹਨਾਂ ਨੇ ਮਨ ਬਣਾ ਲਿਆ ਕਿ ਹੁਣ ਇਸ ਵਾਰੀ ਅਸੀਂ ਕੁਝ ਬਦਲਾਅ ਲੈ ਕੇ ਆਉਣਾ ਹੈ। ਔਰ ਸੱਚਮੁੱਚ ਇੱਕ ਬਹੁਤ ਵੱਡੀ ਜਿਹੜੀ ਇਹਨਾਂ ਨੇ ਗੱਲ ਕਹੀ ਹੈ ਉਹ ਸੱਚਮੁੱਚ ਇਸ ਸਮੇਂ ਦੀ ਨਬਜ਼ ਹੈ ਕਿ ਜੇਕਰ ਦਸੂਹੇ ਹਲਕੇ ਦੇ ਵਿੱਚ ਕਿਸੇ ਨੂੰ ਇਲਾਜ ਕਰਵਾਉਣਾ ਪਵੇ, ਵਧੀਆ ਇਲਾਜ ਲੈਣਾ ਪਵੇ, ਤਾਂ ਉਹਨਾਂ ਨੂੰ ਜਲੰਧਰ ਜਾਣਾ ਪੈਂਦਾ। ਔਰ ਜਲੰਧਰ ਇੱਥੋਂ ਲਗਭਗ ਘੰਟਾ ਡੇਢ ਘੰਟੇ ਦਾ ਰਾਹ ਆ। ਔਰ ਉੱਥੇ ਪਹੁੰਚਦਿਆਂ ਮਰੀਜ਼ ਦੇ ਨਾਲ ਕੁਝ ਵੀ ਹੋ ਸਕਦਾ। ਤੇ ਇਸੇ ਤਰ੍ਹਾਂ ਹੀ ਹੁਣ ਪੱਕਾ ਮਨ ਬਣਾ ਲਿਆ ਆਂਡੀਆਂ ਗਵਾਂਡੀਆਂ ਨੇ ਸਾਰਿਆਂ ਨੇ। ਬਿਲਕੁਲ ਪੂਰਾ ਮਨ ਬਣਾ ਲਿਆ ਭਾਜੀ। ਲਓ ਜੀ, ਇਹ ਮਨ ਬਣੇ ਪਏ ਨੇ। ਔਰ ਤੁਹਾਡਾ ਮਨ ਕੀ ਕਹਿੰਦਾ ਇਹ ਤੁਹਾਡੇ ਕੋਲੋਂ ਵੀ ਅਸੀਂ ਪੁੱਛਾਂਗੇ। ਪਰ ਫਿਲਹਾਲ ਇਸ ਵੇਲੇ ਮੇਰਾ ਹਲਕਾ ਮੇਰੀ ਗੱਲ ਦੇ ਵਿੱਚ ਸਮਾਂ ਹੋ ਗਿਆ ਤੁਹਾਡੇ ਕੋਲੋਂ ਵਿਦਾ ਲੈਣ ਦਾ। ਦਿਓ ਇਜਾਜ਼ਤ ਚਰਨਜੀਤ ਜੋਗੀ ਨੂੰ। ਦੇਖਦੇ ਰਹੋ ਪੰਜਾਬੀ ਨੈਸ਼ਨਲ ਟੀਵੀ। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ।